ਮੇਰੀਆਂ 7 ਬੇਟੀਆਂ ਸੀ ਤੇ ਸੱਤੇ ਹੀ ਇੰਨੇ ਕਾਲੇ ਰੰਗ ਦੀਆਂ ਕਿ ਕਿਤੇ ਵੀ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਇੱਕ ਦਿਨ ਅਚਾਨਕ ਇੱਕ ਔਰਤ ਆਪਣੇ ਜਵਾਨ ਖੂਬਸੂਰਤ 7 ਬੇਟਿਆਂ ਦੇ ਲਈ ਮੇਰੀਆਂ 7 ਬੇਟੀਆਂ ਰਿਸ਼ਤਾ ਲੈਣ ਲਈ ਆਈ ਤੇ ਬੋਲੀ ਕਿ ਮੈਂ ਤੇਰੀਆਂ 7 ਬੇਟੀਆਂ ਨੂੰ ਆਪਣੀਆਂ ਨੌਵਾਂ ਬਣਾਵਾਂਗੀ, ਪਰ ਸ਼ਰਤ ਇਹ ਹੈ ਕਿ ਤੂੰ ਵਿਆਹ ਤੋਂ ਬਾਅਦ ਜਦੋਂ ਬੇਟੀਆਂ ਨੂੰ ਮਿਲਣ ਉਹਨਾਂ ਦੇ ਸਹੁਰੇ ਆਉਣਾ ਤਾਂ ਪਹਿਲਾਂ ਮੈਨੂੰ ਇਤਲਾਹ ਕਰੇਂਗੀ। ਮੈਂ ਮੰਨ ਗਈ। ਭਲਾ ਮੈਨੂੰ ਕੀ ਇਤਰਾਜ਼ ਹੋਣਾ ਸੀ? ਮਹਿਮਾਨ ਤਾਂ ਦੱਸ ਕੇ ਹੀ ਆਉਂਦੇ ਨੇ। ਇੱਕ ਦਿਨ ਮੈਂ ਫੋਨ ਕੀਤਾ ਤਾਂ ਕਿਸੇ ਨੇ ਨਾ ਚੁੱਕਿਆ। ਇੱਦਾਂ ਮੈਂ ਬਿਨਾਂ ਦੱਸੇ ਹੀ ਬੇਟੀਆਂ ਦੇ ਸਹੁਰੇ ਚਲੀ ਗਈ। ਜਿੱਦਾਂ ਹੀ ਅੰਦਰ ਪੈਰ ਰੱਖਿਆ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਅੱਜ ਬਹੁਤ ਖੁਸ਼ ਸੀ ਕਿਉਂਕਿ ਮੇਰੀ ਸਭ ਤੋਂ ਵੱਡੀ ਬੇਟੀ ਤਾਨੀਆ ਦਾ ਰਿਸ਼ਤਾ ਆ ਰਿਹਾ ਸੀ। ਉਹ ਵੀ ਇਹ ਸਭ ਪਹਿਲੀ ਵਾਰ ਨਹੀਂ ਹੋ ਰਿਹਾ ਸੀ। ਇਸ ਤੋਂ ਪਹਿਲਾਂ ਵੀ ਬਹੁਤ ਰਿਸ਼ਤੇ ਆਏ ਤੇ ਮੇਰੀ ਬੇਟੀ ਨੂੰ ਠੁਕਰਾ ਕੇ ਚਲੇ ਗਏ ਅਤੇ ਵਜ੍ਹਾ ਸੀ ਮੇਰੀ ਬੇਟੀ ਦਾ ਸਾਵਲਾ ਰੰਗ। ਇਸ ਰੰਗ ਨੇ ਉਸ ਦੀ ਹਰ ਖੂਬੀ ਉੱਤੇ ਪਰਦਾ ਪਾ ਦਿੱਤਾ ਸੀ। ਦਿਖਾਈ ਦਿੰਦਾ ਸੀ ਤਾਂ ਸਭ ਨੂੰ ਬਸ ਐਬ। ਉਹ ਐਬ ਸੀ ਸਾਵਲਾ ਰੰਗ। ਤੇ ਹੁਣ ਮੇਰੀ ਬੱਚੀ ਦੀ ਉਮਰ ਵਿੱਚ ਵੀ ਵਾਧਾ ਹੋਈ ਜਾ ਰਿਹਾ ਸੀ। ਹੁਣ ਉਸ ਦੇ ਚਿਹਰੇ ਤੇ ਝੁਰੜੀਆਂ ਪੈਣ ਲੱਗ ਪਈਆਂ ਸਨ। ਮੇਰੀ ਇੱਕ ਬੇਟੀ ਹੁੰਦੀ ਤਾਂ ਵੀ ਮੈਨੂੰ ਇਹ ਗਮ ਅੰਦਰੋਂ ਅੰਦਰੀ ਨਾ ਖਾ ਰਿਹਾ ਹੁੰਦਾ। ਰੱਬ ਨੇ ਤਾਂ ਮੈਨੂੰ 7 ਰਹਿਮਤਾਂ ਦਿੱਤੀਆਂ ਸੀ ਜਿਨ੍ਹਾਂ ਨੂੰ ਜ਼ਮਾਨੇ ਵਾਲਿਆਂ ਨੇ ਜ਼ਹਿਮਤਾਂ ਬਣਾ ਦਿੱਤਾ ਸੀ। ਮੇਰੀਆਂ 7 ਬੱਚੀਆਂ ਕਾਲੀਆਂ ਸੀ ਤੇ ਮੈਂ ਤਾਂ ਹੁਣ ਕਿਸੇ ਚਮਤਕਾਰ ਨੂੰ ਹੀ ਉਡੀਕ ਰਹੀ ਸੀ। ਹੋਇਆ ਕੁਛ ਇਦਾਂ ਕਿ ਰਿਸ਼ਤੇ ਵਾਲੀ ਔਰਤ ਸਾਡੇ ਘਰ ਆਈ। ਬੜੀ ਤਸੱਲੀ ਨਾਲ ਚਾਹ ਪੀਤੀ, ਪਕਵਾਨ ਖਾਧੇ। ਕਹਿਣ ਦਾ ਮਤਲਬ ਚੰਗੀ ਤਰ੍ਹਾਂ ਪੇਟ ਪੂਜਾ ਕਰਕੇ ਆਖਿਰ ਉਸ ਨੂੰ ਖਿਆਲ ਆ ਹੀ ਗਿਆ ਸੀ ਕਿ ਉਹ ਤਾਂ ਲੜਕੀਆਂ ਨੂੰ ਦੇਖਣ ਆਈ ਸੀ। ਉਹ ਔਰਤ ਬੋਲੀ, ਬੁਲਾਓ ਨਾ ਆਪਣੀ ਬੇਟੀ ਨੂੰ। ਮੈਂ ਜਲਦੀ ਨਾਲ ਉੱਠ ਕੇ ਕਮਰੇ ਵਿੱਚ ਚਲੀ ਗਈ। ਮੈਂ ਸੱਜੀ ਸਵਰੀ ਤਾਨੀਆ ਨੂੰ ਆਪਣੇ ਨਾਲ ਬਾਹਰ ਲੈ ਆਈ। ਉਸ ਔਰਤ ਨੇ ਮੇਰੀ ਬੱਚੀ ਨੂੰ ਦੇਖਿਆ ਤੇ ਬੋਲੀ, ਭੈਣ, ਮੈਂ ਤਾਂ ਬੱਚੀ ਦਾ ਬੋਲਿਆ ਸੀ, ਪੱਕੀ ਉਮਰ ਦੀ ਲੜਕੀ ਦਾ ਨਹੀਂ। ਦਰਅਸਲ ਮੇਰਾ ਸ਼ਮੀਰ ਤਾਂ ਹਜੇ ਬਹੁਤ ਛੋਟਾ ਹੈ। ਉਹਦਾ ਤੇ ਤੁਹਾਡੀ ਬੇਟੀ ਦਾ ਕੋਈ ਜੋੜ ਨਹੀਂ ਬਣਦਾ। ਇਹ ਗੱਲ ਸੁਣ ਕੇ ਹੀ ਤਾਨੀਆ ਇੱਕਦਮ ਨਾਲ ਗੁੱਸੇ ਨਾਲ ਬੋਲਣ ਲੱਗ ਪਈ ਕਿ ਇਹ ਸਭ ਤਾਂ ਤੁਹਾਨੂੰ ਸਾਡੇ ਘਰੋਂ ਮੁਫਤ ਦੀਆਂ ਚੀਜ਼ਾਂ ਡੱਫਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਲੜਕੇ ਵਾਲਿਆਂ ਨੇ ਤਾਂ ਇਹ ਆਪਣਾ ਵਤੀਰਾ ਹੀ ਬਣਾ ਲਿਆ ਸੀ ਕਿ ਲੜਕੀ ਦੇਖਣ ਜਾਓ, ਗਰੀਬ ਮਾਂ-ਬਾਪ ਤੇ ਬੋਝ ਬਣੋ ਤੇ ਉਹਨਾਂ ਦੇ ਮੂੰਹ ਤੇ ਪਹਿਲਾਂ ਉਹਨਾਂ ਦੀ ਬੇਟੀ ਦੀਆਂ ਕਮੀਆਂ ਗਿਣਵਾ ਕੇ ਬਾਹਰ ਨਿਕਲ ਜਾਓ। ਕੋਈ ਸ਼ਰਮ ਹਿਆ ਨਾਮ ਦੀ ਚੀਜ਼ ਹੈ ਤੁਹਾਡੇ ਵਿੱਚ? ਫਿਰ ਤਾਨੀਆ ਨੇ ਆਪਣੇ ਗੁੱਸੇ ਦਾ ਰੁਖ ਰਿਸ਼ਤੇ ਕਰਵਾਉਣ ਵਾਲੀ ਭੂਆ ਵੱਲ ਕੀਤਾ। ਉਹ ਬੋਲੀ, ਤੁਸੀਂ ਪਿਛਲੇ 7 ਸਾਲਾਂ ਤੋਂ ਮੇਰਾ ਰਿਸ਼ਤਾ ਲੱਭ ਰਹੇ ਹੋ ਤੇ ਤੁਹਾਨੂੰ ਹਜੇ ਤੱਕ ਪਤਾ ਹੀ ਨਹੀਂ ਚੱਲਿਆ ਕਿ ਸਾਡੀ ਹੈਸੀਅਤ ਕੀ ਹੈ, ਮੇਰੀ ਉਮਰ ਕਿੰਨੀ ਹੈ, ਮੇਰੀ ਰੰਗਤ ਕਿੱਦਾਂ ਦੀ ਹੈ। ਕੁਝ ਵੀ ਨਹੀਂ ਪਤਾ ਤੁਹਾਨੂੰ। ਮੇਰੀ ਮੰਨੋ ਤਾਂ ਦੋਨੋਂ ਦਫਾ ਹੋ ਜਾਓ ਇੱਥੋਂ, ਨਹੀਂ ਤਾਂ ਉਹ ਹਸ਼ਰ ਕਰਾਂਗੀ ਕਿ ਦੁਬਾਰਾ ਰਿਸ਼ਤਾ ਦੇਖਣ ਦੇ ਕਾਬਿਲ ਨਹੀਂ ਰਹੋਗੀ। ਉਹ ਔਰਤ ਨੇ ਕੰਨਾਂ ਨੂੰ ਹੱਥ ਲਾਇਆ ਤੇ ਬੋਲੀ, ਹਾਏ ਤੌਬਾ ਤੌਬਾ, ਕਿੰਨੀ ਲੰਮੀ ਜ਼ੁਬਾਨ ਹੈ ਇਸ ਲੜਕੀ ਦੀ। ਕੋਈ ਤਮੀਜ਼ ਨਾਂ ਦੀ ਚੀਜ਼ ਨਹੀਂ ਹੈ। ਨਿੰਮੋ ਭੂਆ ਤੋਂ ਘਰ ਚੱਲ ਮੇਰੇ ਨਾਲ, ਫਿਰ ਤੈਨੂੰ ਪੁੱਛਦੀ ਹਾਂ ਕਿੱਦਾਂ ਦੇ ਬਦਤਮੀਜ਼ਾਂ ਦੇ ਘਰ ਲੈ ਗਈ ਸੀ ਮੈਨੂੰ। ਉਹ ਦੋਨੋਂ ਔਰਤਾਂ ਬਾਹਰ ਨਿਕਲ ਗਈਆਂ। ਤਾਨੀਆ ਜ਼ਮੀਨ ਤੇ ਬੈਠ ਗਈ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਆਪਣੀਆਂ ਬੱਚੀਆਂ ਦੀ ਪਰਵਰਿਸ਼ ਬਹੁਤ ਵਧੀਆ ਕੀਤੀ ਸੀ। ਮੇਰੀ ਕਿਸੇ ਵੀ ਬੱਚੀ ਨੇ ਅੱਜ ਤੱਕ ਕਿਸੇ ਦੇ ਸਾਹਮਣੇ ਉਫ ਤੱਕ ਨਹੀਂ ਸੀ ਕੀਤਾ। ਬਦਤਮੀਜ਼ੀ ਕਰਨਾ ਤਾਂ ਬਹੁਤ ਦੂਰ ਦੀ ਗੱਲ, ਪਰ ਜੇਕਰ ਮੇਰੀ ਕੋਈ ਬੱਚੀ ਆ ਵੀ ਜਾਂਦੀ ਤਾਂ ਮੈਂ ਉਸ ਨੂੰ ਟੋਕ ਦਿੰਦੀ, ਪਰ ਅੱਜ ਮੈਂ ਉਸ ਨੂੰ ਨਹੀਂ ਟੋਕਿਆ। ਆਖਿਰ ਉਹ ਵੀ ਤਾਂ ਇੱਕ ਇਨਸਾਨ ਸੀ। 7 ਸਾਲਾਂ ਤੋਂ ਉਹ ਇਨਕਾਰ ਹੀ ਬਰਦਾਸ਼ਤ ਕਰਦੀ ਆ ਰਹੀ ਸੀ। ਮੈਂ ਤਾਨੀ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ, ਗਮ ਨਾ ਕਰ ਮੇਰੀ ਬੱਚੀ, ਰੱਬ ਸਭ ਠੀਕ ਕਰੇਗਾ। ਹੁਣ ਆ ਜੋ, ਸਮੋਸੇ ਤੇ ਪਕੌੜੇ ਵਗੈਰਾ ਬਚੇ ਨੇ, ਉਹ ਸਭ ਭੈਣਾਂ ਮਿਲ ਕੇ ਖਾ ਲਓ। ਮੈਂ ਆਪਣੀਆਂ ਬਾਕੀ ਬੱਚਿਆਂ ਨੂੰ ਵੀ ਆਵਾਜ਼ ਲਗਾ ਕੇ ਬਾਹਰ ਬੁਲਾ ਲਿਆ। ਸਾਡੇ ਘਰ ਜਦੋਂ ਵੀ ਕੋਈ ਇਨਕਾਰ ਕਰਕੇ ਜਾਂਦਾ ਤਾਂ ਸੋਗ ਦੀ ਲਹਿਰ ਜਹੀ ਛਾ ਜਾਂਦੀ ਸੀ। ਮੈਂ ਆਪਣੀਆਂ ਬੇਟੀਆਂ ਦੇ ਗਲ ਲੱਗ ਕੇ ਰੋਂਦੀ। ਮੈਂ ਉਹਨਾਂ ਨੂੰ ਕਹਿੰਦੀ, ਅਰਦਾਸ ਕਰੋ ਕਿ ਪਰਮਾਤਮਾ ਤੁਹਾਡੇ ਨਸੀਬ ਖੋਲ ਦੇਵੇ, ਪਰ ਮੈਂ ਅੱਜ ਬਿਲਕੁਲ ਵੀ ਨਾ ਰੋਈ। ਸ਼ਾਇਦ ਇਸੇ ਕਰਕੇ ਮੇਰੀਆਂ ਬੱਚੀਆਂ ਵੀ ਇੰਨੀਆਂ ਦੁਖੀ ਨਹੀਂ ਸੀ। ਤਾਨੀਆ ਹੱਸ ਕੇ ਬੋਲੀ, ਮੈਂ ਤਾਂ 2 ਸਮੋਸੇ ਖਾਵਾਂਗੀ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਸੀ। ਉਹ ਲੜਕੀਆਂ ਆਪਸ ਵਿੱਚ ਮਸ਼ਰੂਫ ਹੋ ਗਈਆਂ। ਫਿਰ ਮੈਨੂੰ ਅਹਿਸਾਸ ਹੋਇਆ ਕਿ ਜੇ ਲੋਕਾਂ ਨੇ ਮੇਰੀਆਂ ਬੇਟੀਆਂ ਦੇ ਨਾਲ ਬੁਰਾ ਕੀਤਾ ਹੈ ਤਾਂ ਮੈਂ ਵੀ ਉਹਨਾਂ ਦੇ ਨਾਲ ਘੱਟ ਬੁਰਾ ਨਹੀਂ ਕੀਤਾ। ਮੈਂ ਵੀ ਉਹਨਾਂ ਨੂੰ ਪਰੇਸ਼ਾਨ ਹੀ ਕੀਤਾ ਸੀ। ਅੱਜ ਜਦੋਂ ਮੈਂ ਇਹ ਮਾਮਲਾ ਰੱਬ ਦੇ ਉੱਤੇ ਛੱਡ ਦਿੱਤਾ ਤਾਂ ਖੁਦ ਵੀ ਸਕੂਨ ਨਾਲ ਬੈਠ ਗਈ ਤੇ ਬੱਚੀਆਂ ਵੀ ਖੁਸ਼ ਹੋ ਗਈਆਂ।
ਉਦੋਂ ਹੀ ਸਾਡੇ ਘਰ ਦੇ ਦਰਵਾਜ਼ੇ ਤੇ ਦਸਤਕ ਹੋਈ ਅਤੇ ਮੈਂ ਜਲਦੀ ਨਾਲ ਉੱਠੀ ਜਾ ਕੇ ਦਰਵਾਜ਼ਾ ਖੋਲ੍ਹ ਦਿੱਤਾ। ਸਾਹਮਣੇ ਦਾ ਮੰਜ਼ਰ ਹੈਰਾਨ ਕਰਨ ਵਾਲਾ ਸੀ ਤੇ ਉੱਤੋਂ ਦਿਲਚਸਪ ਵੀ ਸੀ। ਸਾਡੇ ਗਰੀਬ ਖਾਨੇ ਦੇ ਸਾਹਮਣੇ ਦੋ ਵੱਡੀਆਂ ਗੱਡੀਆਂ ਆ ਕੇ ਖੜੀਆਂ ਹੋਈਆਂ ਸੀ, ਜਿਨ੍ਹਾਂ ਵਿੱਚੋਂ ਸ਼ਹਿਜ਼ਾਦੇ ਵਰਗੇ ਲੜਕੇ ਉਤਰੇ ਤੇ ਉਹ ਇੱਧਰ-ਉੱਧਰ ਬੜੀ ਗੌਰ ਨਾਲ ਦੇਖ ਰਹੇ ਸੀ। ਇਦਾਂ ਲੱਗ ਰਿਹਾ ਸੀ ਜਿੱਦਾਂ ਉਹ ਗਲਤੀ ਨਾਲ ਇਸ ਛੋਟੀ ਜਿਹੀ ਗਲੀ ਵਿੱਚ ਆ ਗਏ ਹੋਣ। ਕਾਰ ਵਿੱਚੋਂ ਇੱਕ ਔਰਤ ਵੀ ਨਿਕਲੀ। ਉਹ ਮੇਰੇ ਵੱਲ ਵਧੀ ਤੇ ਬੋਲੀ, ਸ਼ਾਂਤੀ ਤੁਹਾਡਾ ਹੀ ਨਾਮ ਹੈ? ਮੈਂ ਜਲਦੀ ਨਾਲ ਇਹ ਗੱਲ ਤੇ ਸਿਰ ਹਿਲਾ ਦਿੱਤਾ ਤੇ ਬੋਲੀ, ਜੀ ਹਾਂ, ਮੈਂ ਹੀ ਸ਼ਾਂਤੀ ਹਾਂ। ਉਸਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ। ਉਹ ਬੋਲੀ, ਸ਼ੁਕਰ ਹੈ ਤੁਹਾਡਾ ਘਰ ਮਿਲ ਗਿਆ। ਅਸੀਂ ਪਿਛਲੇ 1 ਘੰਟੇ ਤੋਂ ਇੱਧਰ-ਉੱਧਰ ਖੱਜਲ ਖੁਆਰ ਹੋ ਰਹੇ ਹਾਂ। ਤੁਸੀਂ ਸਾਨੂੰ ਅੰਦਰ ਆਉਣ ਲਈ ਨਹੀਂ ਕਹੋਗੇ? ਜੀ ਆਓ ਨਾ। ਮੈਂ ਆਪਣੀਆਂ ਬੇਟੀਆਂ ਨੂੰ ਇਸ਼ਾਰਾ ਕੀਤਾ ਤਾਂ ਉਹ ਸਭ ਸਮੋਸੇ ਵਗੈਰਾ ਛੱਡ ਕੇ ਇੱਕ ਲਾਈਨ ਵਿੱਚ ਲੱਗ ਗਈਆਂ। ਉਮਾ ਨਾਮ ਦੀ ਔਰਤ, ਉਸਦਾ ਪਤੀ ਤੇ ਉਸਦੇ 7 ਬੇਟੇ ਸਾਡੇ ਘਰ ਆ ਚੁੱਕੇ ਸੀ। ਉਮਾ ਬੋਲੀ, ਭੈਣ, ਮੈਂ ਸਾਫ਼ ਅਤੇ ਸਿੱਧੀ ਗੱਲ ਕਰਨ ਦੀ ਆਦੀ ਹਾਂ, ਇਸ ਕਰਕੇ ਤੁਹਾਡਾ ਸਮਾਂ ਨਹੀਂ ਲਵਾਂਗੀ। ਦਰਅਸਲ ਅਸੀਂ ਦੋਨੋਂ ਪਰਿਵਾਰ ਇੱਕ ਦੂਜੇ ਤੋਂ ਨਾ ਵਾਕਿਫ ਹਾਂ, ਪਰ ਕਿਉਂਕਿ ਰੱਬ ਨੇ ਮੈਨੂੰ 7 ਪੁੱਤਰਾਂ ਦੀ ਰਹਿਮਤ ਦਿੱਤੀ ਹੈ ਤਾਂ ਮੇਰੀ ਇਹ ਕੋਸ਼ਿਸ਼ ਸੀ ਕਿ ਮੈਂ ਇਹਨਾਂ ਦਾ ਇਦਾਂ ਦੇ ਘਰ ਵਿਆਹ ਕਰਾਂ ਜਿੱਥੇ 7 ਬੇਟੀਆਂ ਹੋਣ। ਮੈਂ ਜਗ੍ਹਾ ਕਹਿ ਰੱਖਿਆ ਸੀ। ਅੱਜ ਹੀ ਇੱਕ ਰਿਸ਼ਤੇ ਵਾਲੀ ਔਰਤ ਨੇ ਮੈਨੂੰ ਤੁਹਾਡੇ ਘਰ ਦੇ ਬਾਰੇ ਦੱਸਿਆ। ਤੁਹਾਡੀਆਂ ਬੇਟੀਆਂ ਮੇਰੇ ਸਾਹਮਣੇ ਖੜੀਆਂ ਹਨ। ਤੁਹਾਡੇ ਘਰ ਤੋਂ ਤੁਹਾਡੀ ਮਾਲੀ ਹਾਲਤ ਸਾਫ਼ ਦਿਖ ਰਹੀ ਹੈ। ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ ਮੈਨੂੰ ਤੁਹਾਡੀਆਂ ਬੇਟੀਆਂ ਬਹੁਤ ਪਸੰਦ ਆਈਆਂ ਹਨ। ਫਿਰ ਉਸ ਔਰਤ ਨੇ ਆਪਣੇ ਬੇਟਿਆਂ ਦੇ ਵੱਲ ਇਸ਼ਾਰਾ ਕੀਤਾ ਤਾਂ ਉਹਨਾਂ ਮੁਸਕਰਾ ਕੇ ਆਪਣੀ ਮਾਂ ਦਾ ਹੁਕਮ ਮੰਨਣ ਦੀ ਹਾਮੀ ਭਰ ਦਿੱਤੀ। ਉਮਾ ਬੋਲੀ, ਦਾਜ ਸਾਨੂੰ ਚਾਹੀਦਾ ਹੀ ਨਹੀਂ, ਕਿਉਂਕਿ ਰੱਬ ਦਾ ਦਿੱਤਾ ਬਹੁਤ ਕੁਝ ਹੈ ਸਾਡੇ ਕੋਲ। ਤੁਸੀਂ ਬਸ ਮੈਨੂੰ ਆਪਣੀਆਂ 7 ਬੇਟੀਆਂ ਦਾ ਰਿਸ਼ਤਾ ਦੇ ਦਿਓ। ਮੈਂ ਹੱਕੀ ਬੱਕੀ ਰਹਿ ਗਈ ਤੇ ਇਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਕੋਈ ਸੁਪਨਾ ਦੇਖ ਰਹੀ ਹੋਵਾਂ। ਮੇਰੀਆਂ ਅੱਖਾਂ ਵਿੱਚ ਅਥਰੂ ਆ ਗਏ ਸੀ। ਮੈਂ ਕਿਹਾ, ਭੈਣੇ, ਕਿੱਦਾਂ, ਤੁਹਾਡਾ ਤੇ ਸਾਡਾ ਕੀ ਜੋੜ? ਇਹ ਤਾਂ ਮਖਮਲ ਵਿੱਚ ਟਾਟ ਦਾ ਟੁਕੜਾ ਲਾਉਣ ਵਾਲੀ ਗੱਲ ਹੋਵੇਗੀ। ਉਹ ਭੈਣ ਨਾਰਾਜ਼ ਹੋ ਗਈ। ਉਹ ਬੋਲੀ, ਸ਼ਾਂਤੀ, ਮੈਨੂੰ ਤੁਹਾਡੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਤੁਸੀਂ ਆਪਣੀਆਂ ਬੇਟੀਆਂ ਦੇ ਬਾਰੇ ਇਦਾਂ ਦੇ ਅਲਫਾਜ਼ ਬਿਲਕੁਲ ਵੀ ਇਸਤੇਮਾਲ ਨਾ ਕਰੋ। ਤੁਸੀਂ ਬਸ ਇਹ ਲੜਕੀਆਂ ਮੈਨੂੰ ਦੇ ਦਿਓ ਤਾਂ ਕਿ ਮੈਂ ਇਹਨਾਂ ਦੀ ਮਾਂ ਬਣ ਜਾਵਾਂ। ਮੈਨੂੰ ਸ਼ੁਰੂ ਤੋਂ ਹੀ ਬੇਟੀਆਂ ਦਾ ਬਹੁਤ ਸ਼ੌਂਕ ਸੀ। ਬਸ ਇੱਕ ਬੇਟੀ ਦੀ ਚਾਹਤ ਵਿੱਚ ਬੇਟੀਆਂ ਦੀ ਲਾਈਨ ਲਗਾਉਣੀ ਪਈ। ਮੈਂ ਮੁਸਕਰਾ ਕੇ ਬੋਲੀ, ਭੈਣ, ਸਾਨੂੰ ਕੁਝ ਸੋਚਣ ਦਾ ਸਮਾਂ ਦਿਓ। ਉਹ ਔਰਤ ਮੁਸਕਰਾ ਕੇ ਬੋਲੀ, ਜ਼ਰੂਰ, ਪਰ ਸਾਨੂੰ ਹਾਂ ਵਿੱਚ ਹੀ ਜਵਾਬ ਮਿਲਣਾ ਚਾਹੀਦਾ ਹੈ। ਉਹ ਸਭ ਉੱਠ ਕੇ ਚਲੇ ਗਏ ਸੀ ਜਦ ਕਿ ਮੈਂ ਹੈਰਾਨ ਖੜੀ ਸੀ ਅਤੇ ਮੇਰੀਆਂ ਬੱਚੀਆਂ ਮੇਰੇ ਨਾਲੋਂ ਵੀ ਜ਼ਿਆਦਾ। ਤਾਨੀਆਂ ਦੀਆਂ ਅੱਖਾਂ ਤਾਂ ਵਰਸ ਰਹੀਆਂ ਸੀ। ਮੇਰੀ ਛੋਟੀ ਬੱਚੀ ਮੁਸਕਰਾ ਕੇ ਬੋਲੀ, ਮਾਂ, ਹਾਂ ਕਹਿ ਦੇਣੀ ਸੀ ਨਾ, ਸੋਚਣਾ ਕੀ ਸੀ ਤੁਸੀਂ? ਇਹਨੇ ਤਾਂ ਪਿਆਰੇ ਸੀ ਉਹ ਔਰਤ ਦੇ ਬੇਟੇ, ਪਰ ਜਰਾ ਗੁੱਸੇ ਨਾਲ ਆਪਣੀ ਬੇਟੀ ਨੂੰ ਕਿਹਾ, ਸ਼ਰਮ ਨਹੀਂ ਆਉਂਦੀ ਆਪਣੀ ਮਾਂ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਕਰਦੇ ਹੋਏ? ਮੈਂ ਬਹੁਤ ਹੈਰਾਨ ਸੀ ਕਿ ਆਖਿਰ ਉਹ ਔਰਤ ਮੇਰੀਆਂ ਬੇਟੀਆਂ ਦੇ ਲਈ ਮੰਨ ਕਿੱਦਾਂ ਗਈ। ਉਹ ਕੋਈ ਗਰੀਬ ਜਿਹੀ ਔਰਤ ਵੀ ਨਹੀਂ ਸੀ। ਖੈਰ, ਮੈਂ ਤੇ ਮੇਰੀਆਂ ਲੜਕੀਆਂ ਨੇ ਇਹ ਤੈਅ ਕੀਤਾ ਕਿ ਇਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਜਾਵੇ, ਕਿਉਂਕਿ ਮੈਂ ਆਪਣੀ ਵੱਡੀ ਬੇਟੀ ਤਾਨੀਆ ਨੇ ਜੋ ਕੁਝ ਸਿਆ ਸੀ ਨਹੀਂ ਚਾਹੁੰਦੀ ਕਿ ਮੇਰੀਆਂ ਬਾਕੀ ਬੇਟੀਆਂ ਵੀ ਉਹ ਸਭ ਦੇਖਣ। ਅਗਲੀ ਸਵੇਰੇ ਮੇਰੇ ਦਿਲ ਤੇ ਕਿਆਮਤ ਉਦੋਂ ਟੁੱਟੀ ਜਦੋਂ ਮੈਨੂੰ ਖਿਆਲ ਆਇਆ ਕਿ ਉਹ ਔਰਤ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਵੀ ਰਾਬਤਾ ਨੰਬਰ ਵੀ ਨਹੀਂ ਦੇ ਕੇ ਗਈ। ਕਿਤੇ ਇਦਾਂ ਤਾਂ ਨਹੀਂ ਸੀ ਕਿ ਉਹ ਸਾਡੇ ਨਾਲ ਕੋਈ ਮਜ਼ਾਕ ਕਰਕੇ ਗਈ ਹੋਵੇ। ਮੈਂ ਇਸੇ ਸੋਚ ਵਿੱਚ ਪਈ ਸੀ ਕਿ ਸਾਡੇ ਘਰ ਦੇ ਦਰਵਾਜ਼ੇ ਤੇ ਦਸਤਕ ਹੋਈ। ਮੈਂ ਜਲਦੀ ਨਾਲ ਭੱਜ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਮਾ ਖੜੀ ਸੀ। ਉਹ ਬੋਲੀ, ਭੈਣ, ਮੈਂ ਜਵਾਬ ਲੈਣ ਆਈ ਹਾਂ। ਮੈਂ ਮੁਸਕਰਾ ਕੇ ਕਿਹਾ, ਅੱਜ ਤੋਂ ਮੇਰੀਆਂ 7 ਲੜਕੀਆਂ ਤੁਹਾਡੀਆਂ ਹੋਈਆਂ। ਉਮਾ ਬਹੁਤ ਖੁਸ਼ ਹੋਈ ਸੀ। ਉਹ ਬੋਲੀ, ਸਾਨੂੰ ਸਾਰਿਆਂ ਨੂੰ ਵੀ ਇਹ ਰਿਸ਼ਤਾ ਦਿਲੋਂ ਜਾਨ ਤੋਂ ਕਬੂਲ ਹੈ, ਪਰ ਸਾਡੀ ਇੱਕ ਛੋਟੀ ਜਿਹੀ ਸ਼ਰਤ ਹੈ। ਸ਼ਰਤ ਦਾ ਨਾਂ ਸੁਣ ਕੇ ਮੈਂ ਅੰਦਰੋਂ ਹਿੱਲ ਗਈ ਕਿ ਨਾ ਜਾਣੇ ਉਹ ਔਰਤ ਦੀ ਕੀ ਸ਼ਰਤ ਹੋਵੇਗੀ। ਸਾਡੇ ਸਾਰਿਆਂ ਦੇ ਸੁਪਨੇ ਚਕਨਾਚੂਰ ਹੋ ਕੇ ਰਹਿ ਜਾਂਦੇ। ਮੈਂ ਕਿਹਾ, ਜੀ ਦੱਸੋ, ਕੀ ਸ਼ਰਤ ਹੈ? ਉਮਾ ਬੋਲੀ, ਤੁਸੀਂ ਕਦੇ ਵੀ ਆਪਣੀਆਂ ਬੇਟੀਆਂ ਨੂੰ ਮਿਲਣ ਬਿਨਾਂ ਦੱਸੇ ਨਹੀਂ ਆਓਗੇ। ਹਮੇਸ਼ਾ ਫੋਨ ਕਰਕੇ ਸਾਨੂੰ ਦੱਸ ਕੇ ਹੀ ਆਓਗੇ। ਮੈਂ ਹੱਸ ਪਈ ਤੇ ਕਿਹਾ, ਬਸ ਇੰਨੀ ਕੁ ਗੱਲ? ਤੁਸੀਂ ਤਾਂ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਮੈਂ ਸੋਚਿਆ, ਨਾ ਜਾਣੇ ਤੁਸੀਂ ਕੀ ਸ਼ਰਤ ਰੱਖਣ ਵਾਲੇ ਹੋ। ਉਹ ਔਰਤ ਹੱਸਣ ਲੱਗ ਪਈ ਤੇ ਖੁਸ਼ੀ-ਖੁਸ਼ੀ ਵਿਆਹ ਦੀ ਤਰੀਕ ਦੇ ਕੇ ਆਪਣੇ ਘਰ ਚਲੀ ਗਈ।
ਉਸਨੇ ਅਗਲੇ ਵੀਰਵਾਰ ਦੀ ਤਾਰੀਖ ਦਿੱਤੀ ਸੀ। ਸਾਡੇ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਮੈਂ ਤਾਂ ਇਸ ਗੱਲ ਤੋਂ ਵੀ ਉਦਾਸ ਸੀ ਕਿ ਥੋੜੇ ਦਿਨਾਂ ਵਿੱਚ ਹੀ ਮੇਰਾ ਭਰਿਆ ਭਰਾਇਆ ਘਰ ਖਾਲੀ ਹੋ ਜਾਵੇਗਾ। ਦੇਖਦੇ ਹੀ ਦੇਖਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਸੀ। ਰੱਖੀ ਤਰੀਕ ਤੇ ਮੇਰੀਆਂ ਬੇਟੀਆਂ ਦੇ ਵਿਆਹ ਹੋ ਚੁੱਕੇ ਸੀ। ਉਹ ਵਿਦਾ ਹੋ ਕੇ ਆਪਣੇ ਘਰ ਚਲੀਆਂ ਗਈਆਂ। ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕੀਤਾ। ਉਮਾ ਨੇ ਕਿਹਾ ਸੀ, ਤੁਸੀਂ ਬੇਫਿਕਰ ਹੋ, ਇਹ ਹੁਣ ਤੁਹਾਡੀਆਂ ਨਹੀਂ ਮੇਰੀਆਂ ਬੇਟੀਆਂ ਹਨ। ਮੈਂ ਵਿਆਹ ਤੋਂ ਅਗਲੇ ਦਿਨ ਆਪਣੀਆਂ ਬੇਟੀਆਂ ਨੂੰ ਮਿਲਣ ਜਾਣਾ ਚਾਹੁੰਦੀ ਸੀ। ਇਸ ਕਰਕੇ ਮੈਂ ਉਮਾ ਦੇ ਫੋਨ ਤੇ ਕਈ ਵਾਰੀ ਫੋਨ ਕੀਤਾ, ਪਰ ਹਰ ਵਾਰ ਨੰਬਰ ਬੰਦ ਹੀ ਆ ਰਿਹਾ ਸੀ, ਕਿਉਂਕਿ ਸਾਡੇ ਇੱਧਰ ਰਿਵਾਜ ਸੀ ਕਿ ਵਿਆਹ ਤੋਂ ਅਗਲੇ ਦਿਨ ਲੜਕੇ ਵਾਲੇ ਫੇਰਾ ਪਾਉਣ ਆਉਂਦੇ ਹਨ। ਉਹਨਾਂ ਨੇ ਪਹਿਲਾਂ ਹੀ ਮਨਾ ਕਰ ਦਿੱਤਾ ਸੀ। ਇਸ ਕਰਕੇ ਮੈਂ ਸੋਚਿਆ ਕਿ ਮੈਂ ਹੀ ਜਾ ਕੇ ਆਪਣੀਆਂ ਬੇਟੀਆਂ ਨੂੰ ਮਿਲ ਆਉਣੀ ਹਾਂ। ਫੋਨ ਨਹੀਂ ਮਿਲਿਆ ਤਾਂ ਮੈਂ ਰਿਕਸ਼ੇ ਵਿੱਚ ਬੈਠ ਕੇ ਉਮਾ ਦੇ ਆਲੀਸ਼ਾਨ ਘਰ ਪਹੁੰਚ ਗਈ। ਮੈਂ ਚੌਕੀਦਾਰ ਨੂੰ ਕਿਹਾ ਕਿ ਮੈਂ ਆਪਣੀਆਂ ਬੇਟੀਆਂ ਨੂੰ ਮਿਲਣ ਆਈ ਹਾਂ। ਚੌਕੀਦਾਰ ਘਰ ਦੇ ਅੰਦਰ ਇਜਾਜ਼ਤ ਲੈਣ ਚਲਾ ਗਿਆ, ਪਰ ਵਾਪਸ ਆ ਕੇ ਬੋਲਿਆ, ਉਮਾ ਮੇਮ ਸਾਹਿਬ ਨੇ ਇਜਾਜ਼ਤ ਨਹੀਂ ਦਿੱਤੀ। ਉਹ ਕਹਿ ਰਹੀ ਹੈ ਕਿ ਵਿਆਹ ਤੋਂ ਪਹਿਲਾਂ ਅਸੀਂ ਸਿਰਫ ਇੱਕ ਹੀ ਸ਼ਰਤ ਰੱਖੀ ਸੀ, ਤੁਸੀਂ ਤਾਂ ਉਹ ਵੀ ਨਹੀਂ ਨਿਭਾ ਪਾਏ। ਤੁਸੀਂ ਘਰ ਜਾ ਕੇ ਫੋਨ ਤੇ ਮੇਰੇ ਕੋਲ ਇਜਾਜ਼ਤ ਲਵੋ, ਤਾਂ ਹੀ ਤੁਹਾਨੂੰ ਤੁਹਾਡੀਆਂ ਬੇਟੀਆਂ ਦੇ ਨਾਲ ਮਿਲਣ ਦੇਵਾਂਗੀ। ਚੌਕੀਦਾਰ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਬੁੱਝ ਜਿਹਾ ਗਿਆ। ਇਹ ਸਭ ਤਾਂ ਮੈਂ ਕਿਤੇ ਨਹੀਂ ਦੇਖਿਆ ਸੀ। ਦਿਲ ਵਿੱਚ ਖਿਆਲ ਆਇਆ ਕਿ ਉਮਾ ਨੇ ਮੇਰੇ ਨਾਲ ਇਹ ਸਲੂਕ ਸਿਰਫ ਇਸੇ ਕਰਕੇ ਕੀਤਾ ਕਿਉਂਕਿ ਅਸੀਂ ਬੇਮਾਇਆ ਲੋਕ ਹਾਂ। ਖੈਰ, ਆਪਣੇ ਅਥਰੂ ਸਾਫ਼ ਕੀਤੇ ਤੇ ਉਹਨਾਂ ਦੇ ਘਰ ਤੋਂ ਦੂਰ ਜਾ ਕੇ ਮੈਂ ਦੁਬਾਰਾ ਤੋਂ ਉਮਾ ਨੂੰ ਫੋਨ ਲਗਾਇਆ। ਇਸ ਵਾਰ ਉਸ ਨਾਲ ਰਾਬਤਾ ਹੋ ਗਿਆ। ਮੈਂ ਉਸਦੇ ਕੋਲੋਂ ਮਿਲਣ ਦੀ ਇਜਾਜ਼ਤ ਲਈ ਤਾਂ ਉਹ ਸ਼ਰਮਿੰਦਾ ਜਿਹੀ ਹੋ ਗਈ। ਮੈਂ ਦੁਬਾਰਾ ਤੋਂ ਉਹਨਾਂ ਦੇ ਘਰ ਗਈ। ਉਮਾ ਦਾ ਘਰ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਪਰ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਆਪਣੀਆਂ ਬੇਟੀਆਂ ਨੂੰ ਦੇਖ ਕੇ ਹੋਈ। ਇਦਾਂ ਲੱਗ ਰਿਹਾ ਸੀ ਜਿੱਦਾਂ ਉਹੀ ਇਸ ਮਹਿਲ ਵਰਗੇ ਘਰ ਦੀਆਂ ਮਾਲਕਿਨ ਹੋਣ। ਉਹ ਸਭ ਸੋਨੇ ਦੇ ਗਹਿਣਿਆਂ ਨਾਲ ਲੱਦੀਆਂ ਪਈਆਂ ਸੀ। ਮਹਿੰਗੇ ਲਿਬਾਸ ਪਾਈ ਉਹ ਮੁਸਕਰਾ ਕੇ ਗੱਲਾਂ ਕਰ ਰਹੀਆਂ ਸੀ। ਮੇਰੀਆਂ ਅੱਖਾਂ ਨੂੰ ਸਕੂਨ ਮਿਲ ਗਿਆ। ਇਹ ਮੰਜ਼ਰ ਦੇਖ ਕੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਹੁਣ ਇਸ ਘਰ ਵਿੱਚ ਹੀ ਆਪਣਾ ਦਿਲ ਲਗਾਉਣ, ਨਾ ਕਿ ਰੋਜ਼ ਮੂੰਹ ਚੁੱਕ ਕੇ ਮਾਂ ਦੇ ਘਰ ਆ ਜਾਣ। ਉਮਾ ਨੇ ਮੇਰਾ ਹੱਥ ਫੜ ਕੇ ਮੈਨੂੰ ਤਸੱਲੀ ਦਿੱਤੀ ਕਿ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ, ਮੈਂ ਤੁਹਾਡੀਆਂ ਬੇਟੀਆਂ ਦਾ ਬਹੁਤ ਧਿਆਨ ਰੱਖਾਂਗੀ। ਮੈਂ ਖੁਸ਼ੀ-ਖੁਸ਼ੀ ਘਰ ਵਾਪਸ ਆ ਗਈ ਤਾਂ ਸਭ ਤੋਂ ਛੋਟੀ ਬੇਟੀ ਮੇਰੇ ਗਲ ਲੱਗ ਕੇ ਰੋਣ ਲੱਗ ਪਈ। ਉਹ ਬੋਲੀ, ਮਾਂ, ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ, ਮੈਨੂੰ ਤੁਹਾਡੇ ਨਾਲ ਜਾਣਾ ਹੈ। ਮੈਂ ਹੱਸ ਕੇ ਕਿਹਾ, ਬੇਟੀ, ਤੂੰ ਆਪਣੇ ਪਤੀ ਦੇ ਨਾਲ ਹੀ ਆ ਜਾਣਾ ਕਰ। ਮੈਂ ਉਸ ਨੂੰ ਖੁਦ ਤੋਂ ਪਰੇ ਕਰਨ ਲੱਗ ਪਈ ਤਾਂ ਮੇਰੀ ਨਜ਼ਰ ਆਪਣੀ ਬੇਟੀ ਦੇ ਸੜੇ ਹੱਥਾਂ ਤੇ ਪਈ। ਮੇਰੀ ਰੂਹ ਕੰਬ ਕੇ ਰਹਿ ਗਈ। ਮੈਂ ਕਿਹਾ, ਬੇਟੀ, ਇਹ ਸਭ ਕੀ ਹੈ? ਤਾਨੀਆ ਜਲਦੀ ਨਾਲ ਅੱਗੇ ਵੱਧ ਕੇ ਬੋਲੀ, ਮਾਂ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਇੱਥੇ ਮੈਂ ਮੌਜੂਦ ਹਾਂ। ਪਰ ਮੈਂ ਇਹ ਸਭ ਕਿੱਦਾਂ ਬਰਦਾਸ਼ਤ ਕਰ ਸਕਦੀ ਸੀ? ਮੈਂ ਆਪਣੀ ਛੋਟੀ ਬੇਟੀ ਨੂੰ ਕਿਹਾ, ਬੇਟੀ, ਮੈਨੂੰ ਦੱਸੋ ਕੀ ਹੋਇਆ? ਮੇਰੀ ਬੇਟੀ ਹੱਸ ਕੇ ਬੋਲੀ, ਮਾਂ, ਤੁਸੀਂ ਫਿਕਰ ਕਿਉਂ ਕਰਦੇ ਹੋ? ਮੈਂ ਆਪਣੇ ਪਤੀ ਦੇ ਲਈ ਖਾਣਾ ਗਰਮ ਕਰਨ ਲੱਗੀ ਸੀ ਤਾਂ ਇਹ ਗੈਸ ਇਸਤੇਮਾਲ ਕਰਨਾ ਹੀ ਨਹੀਂ ਆਇਆ, ਇਸ ਕਰਕੇ ਬਸ ਮੈਂ ਪਰੇਸ਼ਾਨ ਹੋ ਗਈ। ਉਦੋਂ ਹੀ ਕਮਰੇ ਚੋਂ ਮੇਰੀ ਛੋਟੀ ਬੇਟੀ ਦਾ ਪਤੀ ਬਾਹਰ ਆਇਆ ਸੀ। ਮੈਂ ਉਸ ਨੂੰ ਕਿਹਾ, ਬੇਟਾ, ਇਹ ਮੇਰੀ ਸਭ ਤੋਂ ਛੋਟੀ ਤੇ ਲਾਡਲੀ ਔਲਾਦ ਹੈ, ਇਸ ਦਾ ਬਹੁਤ ਧਿਆਨ ਰੱਖਣਾ। ਉਹ ਬੋਲਿਆ, ਮੰਮੀ ਜੀ, ਤੁਸੀਂ ਬੇਫਿਕਰ ਰਹੋ। ਮੈਂ ਆਪਣੇ ਘਰ ਵਾਪਸ ਆ ਗਈ, ਪਰ ਦਿਲ ਉੱਥੇ ਹੀ ਕਿਤੇ ਉਲਝ ਕੇ ਰਹਿ ਗਿਆ ਸੀ। ਮੈਂ ਬੜੀ ਗਰੀਬੀ ਵਿੱਚ ਆਪਣੀਆਂ ਬੇਟੀਆਂ ਪਾਲੀਆਂ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਜ਼ਿਆਦਤੀ ਹੋਵੇ। ਆਂਢ ਗੁਆਂਢ ਦੀਆਂ ਸਾਰੀਆਂ ਔਰਤਾਂ ਮੈਨੂੰ ਮੁਬਾਰਕਾਂ ਦੇਣ ਆਉਂਦੀਆਂ, ਪਰ ਮੈਨੂੰ ਖੁਸ਼ੀ ਨਾ ਹੁੰਦੀ। ਮੈਂ ਇਸ ਗੱਲ ਤੋਂ ਵੀ ਪਰੇਸ਼ਾਨ ਸੀ ਕਿ ਮੇਰੀਆਂ ਬੇਟੀਆਂ ਇੰਨੇ ਵੱਡੇ ਘਰ ਵਿੱਚ ਵਿਆਹੀਆਂ ਗਈਆਂ ਸੀ, ਪਰ ਕਿਸੇ ਇੱਕ ਦੇ ਕੋਲ ਵੀ ਆਪਣਾ ਅਲੱਗ ਮੋਬਾਈਲ ਨਹੀਂ ਸੀ। ਵਿਆਹ ਦੇ 2 ਹਫ਼ਤਿਆਂ ਬਾਅਦ ਮੈਂ ਉਮਾ ਨੂੰ ਆਪਣੇ ਘਰ ਦਾਵਤ ਦਿੱਤੀ। ਮੈਂ ਚਾਹੁੰਦੀ ਸੀ ਕਿ ਇੱਕ ਵਾਰ ਮੇਰੇ ਸੱਤੇ ਜਵਾਈ ਮੇਰੇ ਘਰ ਆਉਣ, ਪਰ ਉਮਾ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਸਭ ਤਾਂ ਕਿਤੇ ਬਾਹਰ ਘੁੰਮਣ ਗਏ ਹੋਏ ਨੇ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ ਸੀ। ਦਿਲ ਵੀ ਬਹੁਤ ਦੁਖਿਆ ਸੀ ਕਿ ਬਾਹਰ ਘੁੰਮਣ ਜਾਣ ਤੋਂ ਪਹਿਲਾਂ ਮੇਰੀਆਂ ਬੇਟੀਆਂ ਨੇ ਮੇਰੇ ਨਾਲ ਗੱਲ ਤੱਕ ਕਰਨੀ ਵੀ ਜ਼ਰੂਰੀ ਨਾ ਸਮਝੀ। ਚਲੋ ਬਾਕੀਆਂ ਦੀ ਤਾਂ ਖੈਰ, ਪਰ ਮੇਰੀ ਛੋਟੀ ਬੇਟੀ ਮੇਰੇ ਨਾਲ ਗੱਲ ਕੀਤੇ ਬਿਨਾਂ ਕਿੱਦਾਂ ਜਾ ਸਕਦੀ ਸੀ? ਮੇਰੇ ਦਿਲ ਵਿੱਚ ਖਿਆਲ ਆਇਆ ਕਿ ਸ਼ਾਇਦ ਮੇਰੀਆਂ ਬੇਟੀਆਂ ਆਪਣੇ ਸਹੁਰੇ ਰਹਿ ਕੇ ਮੇਰੇ ਵਰਗੀ ਗਰੀਬ ਮਾਂ ਨਾਲ ਗੱਲ ਕਰਨ ਵਿੱਚ ਝਿਜਕਦੀਆਂ ਹੋਣ।
ਖੈਰ ਮੈਂ ਵਕਤ ਬੇਵਕਤ ਫੋਨ ਕਰਕੇ ਉਮਾ ਨਾਲ ਗੱਲ ਕਰਦੀ ਰਹਿੰਦੀ ਸੀ। ਉਹ ਕਹਿੰਦੀ ਹੁੰਦੀ ਸੀ, ਭੈਣ ਫਿਕਰ ਨਾ ਕਰ, ਤੇਰੀਆਂ ਬੇਟੀਆਂ ਆਪਣੇ ਆਪਣੇ ਪਤੀਆਂ ਦੇ ਨਾਲ ਬਹੁਤ ਖੁਸ਼ ਹਨ। ਉਹ ਹਜੇ ਤੱਕ ਵਾਪਸ ਨਹੀਂ ਆਈਆਂ ਹਨ। ਇਦਾਂ ਹੀ ਕਰਦੇ ਹੋਏ 2 ਮਹੀਨੇ ਦਾ ਸਮਾਂ ਬੀਤ ਗਿਆ। ਹੁਣ ਮੇਰੇ ਦਿਲੋਂ ਦਿਮਾਗ ਵਿੱਚ ਘੰਟੀਆਂ ਵੱਜਣ ਲੱਗ ਪਈਆਂ ਕਿ ਮੈਂ ਸੋਚਿਆ ਕਿ ਹੁਣ ਬਹੁਤ ਹੋ ਗਿਆ। ਹਰ ਹਾਲਤ ਵਿੱਚ ਮੈਂ ਆਪਣੀਆਂ ਬੇਟੀਆਂ ਨੂੰ ਮਿਲ ਕੇ ਹੀ ਰਵਾਂਗੀ। ਇਸ ਕਰਕੇ ਮੈਂ ਬਿਨਾਂ ਦੱਸੇ ਹੀ ਉਮਾ ਦੇ ਘਰ ਚਲੀ ਗਈ। ਚੌਕੀਦਾਰ ਨੇ ਮੈਨੂੰ ਦੇਖਿਆ ਤਾਂ ਬੋਲਿਆ, ਮੈਂ ਘਰੋਂ ਇਜਾਜ਼ਤ ਲੈ ਕੇ ਤੁਹਾਨੂੰ ਦੱਸਦਾ ਹਾਂ। ਮੈਂ ਇੱਕਦਮ ਨਾਲ ਚੌਕੀਦਾਰ ਦੇ ਕਦਮਾਂ ਵਿੱਚ ਡਿੱਗ ਗਈ ਸੀ। ਰੋਂਦੀ ਹੋਈ ਬੋਲੀ, ਤੈਨੂੰ ਰੱਬ ਦਾ ਵਾਸਤਾ ਮੈਨੂੰ ਅੱਜ ਨਾ ਰੋਕਣਾ। ਜੇ ਮੈਂ ਅੱਜ ਆਪਣੀਆਂ ਬੱਚਿਆਂ ਨੂੰ ਨਾ ਮਿਲੀ ਤਾਂ ਮੈਂ ਮਰ ਜਾਵਾਂਗੀ। ਉਹ ਚੌਕੀਦਾਰ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਬੋਲਿਆ, ਭੈਣੇ, ਜੇ ਮੈਂ ਤੈਨੂੰ ਅੰਦਰ ਭੇਜ ਦਿੰਦਾ ਤਾਂ ਮੇਰੀ ਨੌਕਰੀ ਚਲੀ ਜਾਊਗੀ। ਜੇ ਤੁਸੀਂ ਰੱਬ ਦਾ ਵਾਸਤਾ ਦੇ ਦਿੱਤਾ ਤਾਂ ਮੈਂ ਰੱਬ ਦੇ ਨਾਮ ਤੇ ਆਪਣੀ ਨੌਕਰੀ ਕੁਰਬਾਨ ਕਰਦਾ ਹਾਂ। ਜਾਓ, ਜਾ ਕੇ ਮਿਲ ਲਓ ਆਪਣੀਆਂ ਬੇਟੀਆਂ ਨੂੰ। ਮੈਂ ਜਲਦੀ ਨਾਲ ਘਰ ਦੇ ਵੱਲ ਭੱਜੀ ਸੀ। ਮੈਂ ਅੰਦਰ ਦਾਖਲ ਹੋਈ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੀ ਰੂਹ ਤੱਕ ਕੰਬ ਗਈ। ਮੇਰੀਆਂ ਬੇਟੀਆਂ ਨੌਕਰਾਨੀਆਂ ਦੇ ਵਾਂਗ ਕੰਮ ਕਰ ਰਹੀਆਂ ਸੀ। ਉਹਨਾਂ ਨੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸਨ। ਇੱਕ ਦੇ ਹੱਥ ਵਿੱਚ ਝਾੜੂ ਸੀ, ਦੂਜੀ ਰਸੋਈ ਵਿੱਚ ਲੱਗੀ ਸੀ। ਮੇਰੀ ਛੋਟੀ ਬੇਟੀ ਆਪਣੇ ਪਤੀ ਦੇ ਨਾਲ ਸੋਫੇ ਤੇ ਬੈਠੀ ਹੋਈ ਸੀ, ਪਰ ਉਹ ਵੀ ਬਹੁਤ ਘਬਰਾਈ ਹੋਈ ਵਾਰ-ਵਾਰ ਆਪਣੀ ਸੱਸ ਦੇ ਵੱਲ ਦੇਖ ਰਹੀ ਸੀ। ਮੈਂ ਇੱਕਦਮ ਨਾਲ ਗਰਜ ਕੇ ਬੋਲੀ, ਇਹ ਸਭ ਕੀ ਹੋ ਰਿਹਾ ਹੈ ਇੱਥੇ? ਸਾਰੇ ਮੇਰੇ ਵੱਲ ਦੇਖਣ ਲੱਗ ਪਏ ਸੀ। ਮੇਰੀ ਛੋਟੀ ਬੇਟੀ ਭੱਜ ਕੇ ਮੇਰੇ ਵੱਲ ਆਈ ਤੇ ਮੈਨੂੰ ਲਿਪਟ ਕੇ ਰੋਣ ਲੱਗ ਪਈ। ਮੇਰੀਆਂ ਬਾਕੀ ਬੱਚੀਆਂ ਵੀ ਮੇਰੇ ਨਾਲ ਆ ਲੱਗ ਗਈਆਂ। ਮੈਂ ਬਹੁਤ ਗੁੱਸੇ ਵਿੱਚ ਲਲਕਾਰ ਕੇ ਬੋਲੀ, ਉਮਾ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਮੇਰੇ ਕੋਲੋਂ ਮੇਰੀਆਂ ਬੇਟੀਆਂ ਦੂਰ ਕਰ ਦਿੱਤੀਆਂ ਤੇ ਆਪਣੇ ਘਰ ਲਿਆ ਕੇ ਉਹਨਾਂ ਨੂੰ ਨੌਕਰਾਨੀਆਂ ਬਣਾ ਦਿੱਤਾ। ਕਿਸ ਚੀਜ਼ ਦੀ ਕਮੀ ਸੀ ਤੇਰੇ ਕੋਲ? ਕੀ ਹੁੰਦਾ ਜੇ ਤੂੰ ਤਨਖਾਹ ਤੇ ਕਿਸੇ ਨੂੰ ਕੰਮ ਤੇ ਰੱਖ ਲੈਂਦੀ? ਪਰ ਹੁਣ ਬਸ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੀ। ਮੈਂ ਲੈ ਕੇ ਜਾ ਰਹੀ ਹਾਂ ਆਪਣੀਆਂ ਬੇਟੀਆਂ ਨੂੰ ਇੱਥੋਂ। ਇੱਕ ਗੱਲ ਯਾਦ ਰੱਖਣਾ, ਮੈਂ ਇਹਨਾਂ ਦਾ ਤਲਾਕ ਲੈ ਕੇ ਹੀ ਰਵਾਂਗੀ। ਉਮਾ ਇੱਕਦਮ ਨਾਲ ਪਰੇਸ਼ਾਨ ਹੋ ਗਈ। ਉਸਨੇ ਮੇਰੇ ਅੱਗੇ ਆ ਕੇ ਹੱਥ ਜੋੜ ਦਿੱਤੇ। ਉਹ ਬੋਲੀ, ਸ਼ਾਂਤੀ, ਇੰਨਾ ਵੱਡਾ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਮੇਰੀ ਗੱਲ ਸੁਣ ਲਓ। ਜਿਸ ਤਰ੍ਹਾਂ ਤੂੰ ਆਪਣੀ ਮਮਤਾ ਦੇ ਹੱਥੋਂ ਮਜਬੂਰ ਹੋ ਕੇ, ਮੈਂ ਵੀ ਮਜਬੂਰ ਸੀ। ਇਹ ਸਭ ਮੈਂ ਮਜਬੂਰੀ ਦੇ ਤਹਿਤ ਹੀ ਕੀਤਾ। ਦਰਅਸਲ ਗੱਲ ਇਹ ਹੈ ਕਿ ਜਦੋਂ ਮੈਂ 7 ਬੇਟਿਆਂ ਨੂੰ ਜਨਮ ਦਿੱਤਾ ਤਾਂ ਸਾਰਿਆਂ ਦੀ ਨਜ਼ਰਾਂ ਮੈਨੂੰ ਲੱਗ ਗਈਆਂ। ਉਦੋਂ ਮੈਂ ਬੁਰੀ ਨਜ਼ਰ ਦਾ ਸ਼ਿਕਾਰ ਤਾਂ ਹੋਈ ਸੀ, ਪਰ ਇੱਕ ਔਰਤ ਨੇ ਮੇਰੇ ਤੇ ਮੇਰੇ ਬੇਟਿਆਂ ਦੇ ਉੱਪਰ ਕਾਲਾ ਜਾਦੂ ਕਰਵਾ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੇਰੇ ਬੱਚਿਆਂ ਨੇ ਬਹੁਤ ਤਕਲੀਫਾਂ ਬਰਦਾਸ਼ਤ ਕੀਤੀਆਂ। ਇਹ ਸਭ ਹਰ ਵੇਲੇ ਬਿਮਾਰ ਹੀ ਰਹਿੰਦੇ ਸੀ। ਮੈਂ ਇੱਕ ਪੀਰ ਬਾਬੇ ਦੇ ਕੋਲ ਤੋੜ ਦੇ ਲਈ ਗਈ। ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਮੈਂ ਆਪਣੇ 7 ਬੇਟਿਆਂ ਦਾ ਵਿਆਹ ਵੀਰਵਾਰ ਦੇ ਦਿਨ ਇਦਾਂ ਦੇ ਘਰ ਕਰਾਂ ਜਿੱਥੇ 7 ਲੜਕੀਆਂ ਹੋਣ ਤਾਂ ਮੇਰੇ ਬੇਟਿਆਂ ਤੇ ਕੀਤਾ ਜਾਦੂ ਟੁੱਟ ਜਾਵੇਗਾ, ਨਹੀਂ ਤਾਂ ਮੇਰੇ 7 ਬੇਟੇ ਅੱਗੇ ਪਿੱਛੇ ਹੋ ਕੇ ਮਰ ਜਾਣਗੇ। ਪਰ ਤੂੰ ਖੁਦ ਹੀ ਸੋਚ ਕਿ ਮੈਂ ਇਦਾਂ ਦਾ ਘਰਾਣਾ ਕਿੱਥੋਂ ਲੱਭਦੀ। ਪੀਰ ਬਾਬੇ ਨੇ ਕਿਹਾ ਕਿ ਉਹਨਾਂ ਲੜਕੀਆਂ ਨੂੰ ਵੀ ਪੂਰੇ ਸਾਲ ਦੇ ਲਈ ਘਰ ਹੀ ਰੱਖਣਾ ਹੋਵੇਗਾ, ਨਹੀਂ ਤਾਂ ਉਹਨਾਂ ਉੱਪਰ ਵੀ ਜਾਦੂ ਹੋ ਜਾਵੇਗਾ। ਮੈਂ ਬੜੀ ਮੁਸ਼ਕਿਲ ਨਾਲ ਇਦਾਂ ਦਾ ਘਰਾਣਾ ਲੱਭਿਆ ਸੀ ਜਿੱਥੇ 7 ਲੜਕੀਆਂ ਸੀ। ਸ਼ਾਂਤੀ, ਤੋਂ ਖੁਦ ਦੇਖ, ਤੇਰੀਆਂ ਬੇਟੀਆਂ ਦਾ ਕੋਈ ਜੋੜ ਹੈ ਮੇਰੇ ਬੇਟਿਆਂ ਦੇ ਨਾਲ? ਨਹੀਂ ਨਾ, ਇਹ ਤਾਂ ਮੈਂ ਸਿਰਫ ਮਜਬੂਰੀ ਵਿੱਚ ਕੀਤਾ। 1 ਸਾਲ ਪੂਰਾ ਹੋਣ ਤੋਂ ਬਾਅਦ ਮੈਂ ਇਹਨਾਂ ਨੂੰ ਤਲਾਕ ਦੇ ਦੇਵਾਂਗੀ, ਪਰ ਉਦੋਂ ਤੱਕ ਤੂੰ ਇਹਨਾਂ ਨੂੰ ਇੱਥੇ ਹੀ ਰਹਿਣ ਦੋ। ਮੈਂ ਗੁੱਸੇ ਵਿੱਚ ਕਿਹਾ, ਤੈਨੂੰ ਇਦਾਂ ਦੀਆਂ ਗੱਲਾਂ ਕਰਦੇ ਸ਼ਰਮ ਨਹੀਂ ਆਉਂਦੀ? ਉਦੋਂ ਹੀ ਮੇਰੀ ਛੋਟੀ ਬੇਟੀ ਦਾ ਪਤੀ ਬੋਲਿਆ, ਮਾਂ, ਮੈਂ ਤਾਂ ਆਪਣੀ ਪਤਨੀ ਨੂੰ ਹਰਗਿਜ਼ ਤਲਾਕ ਨਹੀਂ ਦੇਵਾਂਗਾ। ਮੇਰੀ ਪਤਨੀ ਵਿੱਚ ਤਾਂ ਕੋਈ ਐਬ ਨਹੀਂ। ਉਦੋਂ ਹੀ ਤਾਨੀਆ ਦਾ ਪਤੀ ਬੋਲਿਆ, ਮਾਂ, ਮੈਂ ਇਹ ਸਭ ਇਸ ਕਰਕੇ ਬਰਦਾਸ਼ਤ ਕਰ ਰਿਹਾ ਸੀ ਕਿਉਂਕਿ ਤੁਸੀਂ ਕਾਲੇ ਜਾਦੂ ਦਾ ਤੋੜ ਕਰਨਾ ਚਾਹ ਰਹੇ ਸੀ, ਕਿਉਂਕਿ ਮੈਂ ਆਪਣੇ ਭਰਾਵਾਂ ਨੂੰ ਮਰਦੇ ਹੋਏ ਨਹੀਂ ਦੇਖ ਸਕਦਾ ਸੀ। ਪਰ ਇੱਕ ਗੱਲ ਯਾਦ ਰੱਖਣਾ, ਜਿੱਦਾਂ ਇਹ ਜਾਦੂ ਵਗੈਰਾ ਖਤਮ ਹੋ ਜਾਵੇਗਾ, ਮੈਂ ਆਪਣੀ ਪਤਨੀ ਨੂੰ ਪੂਰੀ ਇੱਜ਼ਤ ਨਾਲ ਆਪਣੇ ਘਰ ਰੱਖਾਂਗਾ। ਉਮਾ ਦੇ ਬਾਕੀ ਬੇਟਿਆਂ ਨੇ ਵੀ ਮੇਰੇ ਸਾਹਮਣੇ ਹੱਥ ਜੋੜ ਦਿੱਤੇ। ਉਹ ਬੋਲੇ, ਅਸੀਂ ਵੀ ਸਿਰਫ ਇਸੇ ਕਰਕੇ ਚੁੱਪ ਸੀ ਕਿਉਂਕਿ ਅਸੀਂ ਜਾਦੂ ਦਾ ਤੋੜ ਚਾਹੁੰਦੇ ਸੀ, ਨਹੀਂ ਤਾਂ ਸਾਨੂੰ ਤਾਂ ਆਪਣੀਆਂ ਪਤਨੀਆਂ ਪਸੰਦ ਹਨ। ਉਸ ਦਿਨ ਉਮਾ ਨੇ ਮੇਰੇ ਕੋਲੋਂ ਮਾਫੀ ਮੰਗ ਲਈ ਸੀ। ਉਹ ਬੋਲੀ, ਸ਼ਾਂਤੀ, ਤੂੰ ਜਦੋਂ ਚਾਹੇ ਆਪਣੀਆਂ ਬੇਟੀਆਂ ਨੂੰ ਆ ਕੇ ਮਿਲ ਸਕਦੀ ਹੈ। ਬਸ ਥੋੜੇ ਮਹੀਨੇ ਹੋ ਰਹਿ ਗਏ ਹਨ, ਇਹਨਾਂ ਨੂੰ ਆਪਣੇ ਨਾਲ ਨਾ ਲੈ ਕੇ ਜਾਣਾ। ਮੈਂ ਆਪਣੀਆਂ ਬੇਟੀਆਂ ਤੋਂ ਪੁੱਛਿਆ ਤਾਂ ਉਹ ਬੋਲੀਆਂ, ਸਾਡੇ ਪਤੀ ਬਹੁਤ ਚੰਗੇ ਹਨ, ਉਹ ਤਾਂ ਬਸ ਆਪਣੀ ਮਾਂ ਦੀ ਖਾਤਰ ਚੁੱਪ ਰਹਿੰਦੇ ਹਨ। ਮੇਰੀਆਂ ਬੱਚੀਆਂ ਖੁਸ਼ ਸੀ ਤਾਂ ਭਲਾ ਮੈਂ ਉਹਨਾਂ ਦਾ ਘਰ ਕਿਉਂ ਖਰਾਬ ਕਰਦੀ?
ਇਸੇ ਕਰਕੇ ਮੈਂ ਚੁੱਪਚਾਪ ਆਪਣੇ ਘਰ ਵਾਪਸ ਆ ਗਈ। ਮੇਰੀਆਂ ਬੱਚੀਆਂ ਨੂੰ ਮੋਬਾਈਲ ਫੋਨ ਵੀ ਦੇ ਦਿੱਤੇ ਗਏ। ਹੁਣ ਉਹ ਮੇਰੇ ਨਾਲ ਅਕਸਰ ਗੱਲਾਂ ਕਰਦੀਆਂ ਰਹਿੰਦੀਆਂ ਸੀ। ਮੈਂ ਵੀ ਵਕਤ ਬੇਵਕਤ ਉਹਨਾਂ ਨੂੰ ਮਿਲ ਆਉਂਦੀ ਸੀ। ਹੁਣ ਉਹ ਮਹਾਰਾਣੀਆਂ ਦੇ ਵਾਂਗ ਰਹਿੰਦੀਆਂ ਸੀ, ਕਿਉਂਕਿ ਉਮਾ ਜਾਣ ਗਈ ਸੀ ਕਿ ਮੇਰੀਆਂ ਬੱਚੀਆਂ ਲਾਵਾਰਿਸ ਨਹੀਂ ਹਨ। ਅੱਜ ਕੱਲ੍ਹ ਦਾ ਦੌਰ ਵੀ ਇਦਾਂ ਦਾ ਹੈ, ਜੋ ਜਿੰਨਾ ਸ਼ਰੀਫ ਹੁੰਦਾ ਹੈ ਲੋਕ ਉਸ ਨੂੰ ਓਨਾ ਹੀ ਦਬਾ ਕੇ ਰੱਖਦੇ ਹਨ। ਮੇਰੀ ਸਲਾਹ ਤਾਂ ਇਹ ਹੈ ਕਿ ਆਪਣੀਆਂ ਵਿਆਹੀਆਂ ਹੋਈਆਂ ਬੇਟੀਆਂ ਨੂੰ ਸਹੁਰੇ ਦੇ ਰਹਿਮੋ ਕਰਮ ਉੱਤੇ ਛੱਡਣ ਤੋਂ ਬਿਹਤਰ ਹੈ ਕਿ ਉਹਨਾਂ ਦੀ ਖਬਰਸਾਰ ਲੈਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਸਹੁਰਾ ਪਰਿਵਾਰ ਵਾਲੇ ਉਹਨਾਂ ਨਾਲ ਕੁਝ ਬੁਰਾ ਨਾ ਕਰ ਸਕਣ।